खबर पटियाला तो जिथे बेरोजगार अध्यापकों ते पुलिस विचकार जबरदस्त झड़प हुई। जिवें ही अध्यापकों ने सीएम रिहाइश वाल कूच करने की कोशिश की तो सीधा टाकरा पुलिस दे नाल होया ते फिर जो कुछ कैमरे च कैद होया देखो इस रिपोर्ट के राहीं। ये तस्वीरां पटियाला दियां ने जिथे एक बार फिर बेरोजगार टैट ते बीएड पास अध्यापक सड़क ते उतरे। सरकार के खिलाफ जम के नारेबाजी की गई ते जिवें ही अध्यापकों ने सीएम की रिहाइश के वाल कूच करने की कोशिश की तां अगे पहले ही पुलिस वड्डी गिनती दे विच तैनात सी। जिवें ही अध्यापक थोड़ा अगे वधे तां सीधा टकराव पुलिस दे नाल होया। जबरदस्त झड़प हुई। धक्का मुक्की दीआं तस्वीरां कैमरे च कैद होईआं। भीड़ नूं खदेड़न दे लई पुलिस ने बल दा भी प्रयोग कीता। अध्यापकों ने तां पुलिस के सिर ते वाल खिच्चण तक दे इल्जाम लगाए ने। डांगा मारिया गई कुड़ियां नूं बहुत ही गंदे तरीके नाल कुट्टिया गया। कोई सिस्टम है इत्थे नन्नी शाह कहंदे सी कुड़ियां नूं, अज कुड़ियां दा वेखण वाला सी तुसीं किन्ना बुरा हाल सी। कुड़ियां नूं किवें कुट्टिया गया, जुंडे फड़े गए आ। इहो जिहा सिस्टम तो आपां की भालदे आ? हर घर नौकरी कहंदे सी कि इन्हें नौकरियां देणगे। आपां जी बीएड बेरोजगार साझा मोर्चा वालों आए हैं इत्थे। असीं सिर्फ पोस्टां दी मंग करदे आ। SST पंजाबी हिंदी दियां घट्टो घट्ट 9000 पोस्टां जिहड़ी आउणी चाहीदी आ तां कि जिहड़ा असीं आपदा सही जिंदगी जी सकीए। पर इह साडा जीना हराम करी जांदे आ। असीं हर वारी आउणे आ, हर वारी सानूं इह लारे दिंदे आ, मीटिंगां रखदे आ, पर मीटिंगां दे विच कोई भी जिहड़ियां पोस्टां दा ਇਹ ਜਿਹੜਾ ਮੁੱਦਾ ਉਹ ਨਹੀਂ ਦਿੰਦੇ। ਪੋਸਟਾਂ ਸਾਡੀਆਂ ਨਹੀਂ ਦੱਸਦੇ ਕਿੰਨੀਆਂ ਆਉਣਗੀਆਂ। ਅੱਜ ਜਦੋਂ ਅਸੀਂ ਆਏ ਆ ਅਸੀਂ ਸਿਰਫ ਇੱਥੇ ਧਰਨੇ ਤੇ ਬੈਠਣ ਆਏ ਸੀ, ਸਿਰਫ ਇੱਕ ਸ਼ਾਂਤੀਪੂਰਵਕ ਧਰਨੇ ਤੇ। ਪਰ ਇਹਨਾਂ ਨੇ ਜਿਹੜਾ ਸਾਡੇ ਤੇ ਆਉਂਦਿਆਂ ਸਾਰੀ ਸਾਡੇ ਤੇ ਜਿਹੜਾ ਅਤਿਆਚਾਰ ਕੀਤਾ ਗਿਆ, ਖਾਸ ਕਰਕੇ ਕੁੜੀਆਂ ਨੂੰ ਜਿਹੜਾ ਕੁੱਟਿਆ ਗਿਆ। जिक्र हो गया कि बेरोजगार अध्यापक नौकरी की मांग कर रहे हैं ते इसे ही मांग को लैके लंबे समय तो संघर्ष भी विधिया गया। आखिरकार सीएम के OSD ते 30 तरीक को सरकार दे नाल मीटिंग का सद्दा दिता ते बैठक दे विच मुख मंत्री दे भी शामिल होने का भरोसा दिता गया। पर इन्हां दी मांग कदों पूरी होएगी, यह सवाल अजे बरकरार है। पटियाला तो मनोज शर्मा, न्यूज़ 18 पंजाब। ਤੇ ਹੁਣ ਗੱਲ ਕਰਦੇ ਹਾਂ ਦਿੱਲੀ ਦੀਆਂ ਬਰੂਹਾਂ ਤੇ ਡਟੇ ਕਿਸਾਨਾਂ ਦੀ, ਜਿਨ੍ਹਾਂ ਦੇ ਅੰਦੋਲਨ ਨੂੰ ਅੱਜ 9 ਮਹੀਨੇ ਪੂਰੇ ਹੋ ਗਏ ਨੇ ਤੇ 9 ਮਹੀਨੇ ਪੂਰੇ ਹੋਣ ਤੇ ਕਿਸਾਨਾਂ ਨੇ ਕਾਨਫਰੰਸ ਸੱਦੀ ਹੈ। ਅੱਜ ਸਿੰਘੂ ਬਾਰਡਰ ਤੇ ਅਖਿਲ ਭਾਰਤੀ ਕਾਨਫਰੰਸ ਸੱਦੀ ਗਈ ਹੈ ਤੇ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣ ਤੇ ਇਸ ਕਾਨਫਰੰਸ ਦੇ ਵਿੱਚ ਚਰਚਾ ਹੋਵੇਗੀ। ਅੰਦੋਲਨ ਨੂੰ ਨਵੀਂ ਧਾਰ ਦੇਣ ਦੇ ਲਈ ਵੀ ਰਣਨੀਤੀ ਬਣਾਈ ਜਾਵੇਗੀ। ਤਾਂ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ। ਮੰਗ ਹੈ ਕਾਨੂੰਨ ਵਾਪਸੀ ਦੀ, ਖੇਤੀ ਕਾਨੂੰਨਾਂ ਦੀ ਵਾਪਸੀ ਤੇ ਹੀ ਘਰ ਵਾਪਸੀ ਹੋਵੇਗੀ। ਇਸੇ ਦੇ ਤੌਰ ਤੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ। ਪਰ ਹੁਣ ਲੰਬੇ ਸਮੇਂ ਤੋਂ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਡੈਡਲੌਕ ਵੀ ਬਰਕਰਾਰ ਹੈ। 11 ਦੌਰ ਦੀਆਂ ਮੀਟਿੰਗਾਂ ਹੋਈਆਂ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਦੇ ਵੱਲੋਂ ਵੀ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਸੜਕਾਂ ਖਾਲੀ ਕਰਵਾਉਣ ਬਾਰੇ ਕੋਈ ਹੱਲ ਸੋਚਿਆ ਜਾਵੇ। ਪਰ ਹੁਣ ਅੱਜ ਕਿਸਾਨ ਕੀ ਨਵੀਂ ਰਣਨੀਤੀ ਬਣਾਉਂਦੇ ਨੇ ਇਹ ਦੇਖਣਾ ਹੋਵੇਗਾ। ਗੱਲ ਕਰਦੇ ਹੁਣ ਐਮੀ ਵਿਰਕ ਦੀ, ਜਿਹੜੇ ਵਿਵਾਦਾਂ ਦੇ ਵਿੱਚ ਘਿਰ ਗਏ। ਫਿਲਮ ਭੁੱਜ ਤੇ ਪਵਾੜਾ ਦੇ ਵਿਰੋਧ ਨੂੰ ਲੈ ਕੇ ਐਮੀ ਵਿਰਕ ਨੇ ਹੁਣ ਆਪਣੀ ਸਫਾਈ ਦਿੱਤੀ ਹੈ ਅਤੇ ਕਿਹਾ ਕਿ ਜੋ ਕੰਟਰੈਕਟ ਹੋਏ ਨੇ ਉਹ ਅੰਦੋਲਨ ਤੋਂ ਪਹਿਲਾਂ ਹੋਏ ਸੀ, ਜਿਸ ਕਰਕੇ ਕੰਮ ਕਰਨਾ ਪਿਆ। ਫਿਲਮ ਭੁੱਜ ਅਤੇ ਪਵਾੜਾ ਨੂੰ ਲੈ ਕੇ ਐਮੀ ਵਿਰਕ ਦਾ ਵਿਰੋਧ ਹੋ ਰਿਹਾ ਹੈ। ਥਾਂ ਥਾਂ ਤੇ ਐਮੀ ਵਿਰਕ ਦੇ ਪੁਤਲੇ ਸਾੜੇ ਜਾ ਰਹੇ ਨੇ। ਐਮੀ ਵਿਰਕ ਨੇ ਕਿਹਾ ਕਿ ਪੁਤਲੇ ਸੜਦੇ ਵੇਖ ਮੈਨੂੰ ਦੁੱਖ ਹੋਇਆ ਹੈ ਤੇ ਕਿਸਾਨਾਂ ਦੇ ਖਿਲਾਫ ਖੜਨ ਵਾਲਿਆਂ ਦੇ ਨਾਲ ਭਵਿੱਖ ਦੇ ਵਿੱਚ ਕੰਮ ਨਹੀਂ ਕਰਾਂਗਾ। ਇਹ ਵੀ ਭਰੋਸਾ ਐਮੀ ਵਿਰਕ ਦੇ ਵੱਲੋਂ ਦਿੱਤਾ ਗਿਆ ਹੈ। बस ये कहना भी वो साडा भरा जी ਉਹਦਾ। पर मेरी एक बेनती भी मैं गद्दार नहीं गा जी। मेरी एक रिक्वेस्ट है साਰਿਆਂ ਨੂੰ, मतलब आ एक धब्बा ना लाया जाए। बिकॉज ਇਹਦੇ 'ਚ ਜੀ मैं जे ਜਿਹੜੀ फोटो वायरल हो रही है ਉਹ ਜਿੰਨਾ ਕੁ मतलब मैं पढ़िया लिखिया ਉਹ ਕਹਿੰਦੇ ਵੀ ਪਹਿਲਾਂ ਬਾਵੇ ਨੂੰ फोटो फिल्म साइन हुई सी एमी ਕਿਹਾ ਜਾ ਰਿਹਾ ਕਿ ਪਹਿਲਾਂ ਬਾਬੇ ਨੂੰ ਆਫਰ ਹੋਈ, ਬਾਬੇ ਨੇ ਮਨਾ ਕਰਤੀ, ਫਿਰ ਐਮੀ ਨੇ ਵੱਧ ਪੈਸੇ ਲੈ ਕੇ ਕਰਤੀ। ਕੁਝ ਐਦਾਂ ਦਾ ਕੰਟੈਂਟ ਆ ਜਿਹੜਾ ਵਾਇਰਲ ਕੀਤਾ ਜਾ ਰਿਹਾ। ਹਾਂਜੀ, ਕੋਈ ਸ਼ਾਇਦ ਜੋ ਬੁੱਜ ਫਿਲਮ ਦੀ ਗੱਲ ਕਰਦੇ ਆ ਤਾਂ ਬੁੱਜ ਫਿਲਮ 2019 ਦੀ ਹੈ ਜੀ। ਤੇ ਜੇ ਰਣਜੀਤ ਬਾਵੇ ਵੀਰੇ ਨੂੰ ਉਦੋਂ ਪਤਾ ਹੁੰਦਾ ਸੀ ਤੇ ਮੈਂ ਖੈਰ ਬਾਵੇ ਨਾਲ ਵੀ ਇਸ ਚੀਜ਼ ਨਾਲ ਸਹਿਮਤ ਨੇ। ਮੈਨੂੰ ਦੱਸ ਦਿੰਦਾ ਵੀ 2021 'ਚ ਜਾ ਕੇ ਅਜੇ ਦੇਵਗਨ ਸਾਹਿਬ ਦਾ ਵਿਰੋਧ ਹੋਣਾ, ਵੀ ਮੈਨੂੰ ਉਦੋਂ ਦੱਸ ਦਿੰਦਾ ਯਾਰ ਮੈਂ ਵੀ ਛੱਡ ਦਿੰਦਾ। ਤੇ 2019 'ਚ ਉਹਨਾਂ ਨੂੰ ਪਤਾ ਸੀ ਇਸ ਚੀਜ਼ ਦਾ। ਤੇ ਚਲੋ ਇਹਦੇ ਇੱਕ ਹਾਸੇ ਵਾਲੀ ਗੱਲ ਰਹਿ ਗਈ, ਬਟ ਜੈਨੂਅਲੀ ਇਹ ਗੱਲ ਸਾਰੀ ਫੇਕ ਹੈ ਜੀ। ਤੇ ਹੋਰ ਕੋਈ ਫਿਲਮ ਦੀ ਜੇ ਕੋਈ ਉਹਨਾਂ ਨੇ ਗੱਲ ਕੀਤੀ ਹੈ ਤਾਂ ਹੋਰ ਇੱਦਾਂ ਦੀ ਕੋਈ ਵੀ ਫਿਲਮ ਨਹੀਂ ਗੀ, ਮਤਲਬ ਜਿਹੜੀ ਬਾਵੇ ਵੀਰੇ ਨੇ ਛੱਡੀ ਹੋਵੇ ਤੇ ਉਹ ਮੈਂ ਕੀਤੀ ਹੋਵੇ, ਇੱਦਾਂ ਦੀ ਕੋਈ ਵੀ ਫਿਲਮ ਨਹੀਂ ਮੇਰੀ।
ਤੇ ਹੁਣ ਗੱਲ ਕਰਦੇ ਹਾਂ ਬਠਿੰਡਾ ਦੀ, ਜਿੱਥੇ ਨਸ਼ੇ ਦੇ ਕਹਿਰ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਨਸ਼ੇ ਦੀ ਓਵਰਡੋਜ਼ ਦੇ ਕਰਕੇ ਨੌਜਵਾਨ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਕਿਉਂਕਿ ਕਾਰ ਦੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ ਤੇ ਕਾਰ ਦੇ ਵਿੱਚੋਂ ਨਸ਼ੇ ਦਾ ਟੀਕਾ ਵੀ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪਰ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਇਸ ਪੂਰੇ ਮਾਮਲੇ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੀ ਮੌਤ ਦਾ ਖਦਸ਼ਾ ਲੱਗ ਰਿਹਾ ਹੈ, ਕਿਉਂਕਿ ਕਾਰ ਦੇ ਵਿੱਚੋਂ ਨੌਜਵਾਨ ਦੀ ਲਾਸ਼ ਜਿਸ ਤਰ੍ਹਾਂ ਮਿਲੀ ਹੈ ਉਸ ਦੇ ਕੋਲ ਟੀਕਾ ਜੋ ਨਸ਼ੇ ਦਾ ਉਹ ਪਿਆ ਹੋਇਆ ਹੈ ਤੇ ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਦਾ ਖਦਸ਼ਾ ਲੱਗ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦਾ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। सूरज पान साडे सहयोगी जुड़े ने। सूरज, फिलहाल की कुछ जानकारी है, पता लग पाया है मौत के असल कारणों का? देखो, बठिंडा ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਨੌਜਵਾਨਾਂ ਦੀ ਮੌਤ ਹੋਈ ਹੋਵੇ। ਇਸ ਤੋਂ ਪਹਿਲਾਂ ਵੀ 6 ਦੇ ਕਰੀਬ ਲੋਕ ਸੀ ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਔਰ ਜਿਨ੍ਹਾਂ ਦੇ ਕੋਲ ਇੰਜੈਕਸ਼ਨ ਸੀਗਾ ਜਿਹੜਾ ਚਿੱਟੇ ਦਾ ਜਾਂ ਨਸ਼ੇ ਦਾ ਬਰਾਮਦ ਹੋਇਆ, ਜਿਸ ਦੇ ਕੋਲ ਚਿੱਟਾ ਬਰਾਮਦ ਹੋਇਆ ਹੈ। ਫਿਲਹਾਲ ਇਹ 6ਵੀਂ ਜਾਂ 7ਵੀਂ ਮੌਤ ਆਪਾਂ ਕਹਿ ਸਕਦੇ ਹਾਂ। ਹਾਲਾਂਕਿ ਇਹਦੀ ਵਿਧਾਇਕ ਤੌਰ ਤੇ ਪੁਸ਼ਟੀ ਕਿਸੇ ਨੇ ਨਹੀਂ ਕੀਤੀ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਆਖਿਰਕਾਰ ਮੌਤ ਦੇ ਅਸਲ ਵਜ੍ਹਾ ਦਾ ਕਾਰਨ ਦਾ ਪਤਾ ਲੱਗ ਸਕੇਗਾ। ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਕੋਲੇ ਚਿੱਟੇ ਦੀ ਇੰਜੈਕਸ਼ਨ ਮਿਲ ਜਾਂਦਾ ਹੈ, ਸੂਈਆਂ ਮਿਲ ਜਾਂਦੀਆਂ ਨੇ, ਤੇ ਜ਼ਾਹਿਰ ਤੌਰ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ। ਸਵਾਲ ਖੜੇ ਹੋ ਰਹੇ ਨੇ ਸਰਕਾਰਾਂ ਤੇ, ਇੱਥੋਂ ਦੇ ਪੁਲਿਸ ਦੇ ਪ੍ਰਸ਼ਾਸਨ ਤੇ, ਔਰ ਕਿਤੇ ਨਾ ਕਿਤੇ ਜਾ ਕੇ ਲਗਾਤਾਰ ਨੌਜਵਾਨਾਂ ਦੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਕਿਉਂਕਿ ਸਰਕਾਰ ਨੇ ਕਿਹਾ ਸੀ ਕਿ 4 ਹਫ਼ਤੇ ਦਾ ਨਸ਼ਾ ਬੰਦ ਹੋ ਜਾਏਗਾ, ਪਰ ਬਠਿੰਡਾ ਦੇ ਵਿੱਚ ਹਰ ਦੂਜੇ ਜਾਂ ਤੀਜੇ ਦਿਨ ਨੌਜਵਾਨਾਂ ਦੀ ਜਿਹੜੀ ਮੌਤ ਹੋ ਰਹੀ ਹੈ। ਜੇ 15 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 6ਵੀਂ ਤੋਂ 7ਵੀਂ ਨੌਜਵਾਨ ਦੀ ਮੌਤ ਹੈ ਜਿਹੜੀ ਇਸੇ ਤਰ੍ਹਾਂ ਹੋਈ ਹੈ। ਪਰ ਇਸ ਤੋਂ ਪਹਿਲਾਂ ਵੀ 6 ਮੌਤਾਂ ਦੀ ਜਿਹੜੀ ਪਹੇਲੀ ਬਣਿਆ ਹੋਇਆ ਪ੍ਰਸ਼ਾਸਨ ਵਾਸਤੇ, ਕਿਸੇ ਵੀ ਨਤੀਜੇ ਤੇ ਪੁਲਿਸ ਨਹੀਂ ਪਹੁੰਚੀ ਕਿ ਆਖਿਰਕਾਰ ਇੰਨੀਆਂ ਮੌਤਾਂ ਦੀ ਵਜ੍ਹਾ ਕੀ ਹੈ, ਕਿਉਂ ਇਸ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਉਹ ਬੇਲਗਾਮ ਹੋ ਕੇ ਬਠਿੰਡਾ ਸ਼ਹਿਰ ਦੇ ਵਿੱਚ ਵਿਕ ਰਿਹਾ। ਤਾਂ ਕਰਕੇ ਜਵਾਬ ਹੈ ਉਹ ਪ੍ਰਸ਼ਾਸਨ ਨੂੰ ਦੇਣਾ ਹੋਵੇਗਾ, ਪੁਲਿਸ ਨੂੰ ਦੇਣਾ ਹੋਵੇਗਾ, ਜਾਂ ਜਿਹੜੇ ਇੱਥੋਂ ਦੇ ਲੀਡਰਸ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ ਉਹਨਾਂ ਨੂੰ ਦੇਣਾ ਹੋਵੇਗਾ ਕਿ ਆਖਿਰਕਾਰ ਬਠਿੰਡਾ ਦੇ ਵਿੱਚ ਹੋ ਕੀ ਰਿਹਾ ਹੈ। ਬਿਲਕੁਲ, ਤਾਂ ਇੱਕ ਪਾਸੇ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ, ਪਰ ਅਜਿਹੀਆਂ ਤਸਵੀਰਾਂ ਉਹਨਾਂ ਦਾਅਵਿਆਂ ਤੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ। ਸ਼ੁਕਰੀਆ ਸੂਰਜ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਤਾਂ ਕਾਰ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ ਤੇ ਨਾਲ ਹੀ ਕੋਲ ਨਸ਼ੇ ਦਾ ਟੀਕਾ ਬਰਾਮਦ ਹੋਇਆ ਹੈ। तो हुण गल करते हैं हैदराबाद की वाटर वॉरियर्स कल्पना रमेश की। हैदराबाद की बावड़िया वास्तुकला की विलखण इतिहासक विरासतां ने ਤੇ ਕਲਪਨਾ ਰਮੇਸ਼ ਵਰਗੀ ਯਲ ਜੋਧਾ ਇਹਨਾਂ ਨੂੰ ਬਚਾ ਕੇ ਨਾ ਸਿਰਫ ਨਵੀਂ ਜ਼ਿੰਦਗੀ ਦੇ ਰਹੀ ਹੈ, ਬਲਕਿ ਇਸ ਦੇ ਕਾਰਨ ਗਰਾਊਂਡ ਵਾਟਰ ਵੀ ਰਿਚਾਰਜ ਹੋ ਰਿਹਾ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਇਤਿਹਾਸਕ ਵਿਰਾਸਤਾਂ ਸਿਰਫ ਕਹਾਣੀਆਂ 'ਚ ਸੀਮਿਤ ਰਹਿ ਜਾਂਦੀਆਂ ਤੇ ਹੁਣ ਜਿਵੇਂ ਜਿਵੇਂ ਬਾਵੜੀਆਂ ਸ਼ਹਿਰ ਦੀ ਗੰਦਗੀ ਤੋਂ ਨਿਜਾਤ ਮਿਲ ਰਿਹਾ ਹੈ, ਉਸੇ ਤਰ੍ਹਾਂ ਇਸ ਸ਼ਹਿਰ ਦੇ ਗਰਾਊਂਡ ਵਾਟਰ ਨੂੰ ਵੀ ਰਿਚਾਰਜ ਕੀਤਾ ਜਾ ਰਿਹਾ ਹੈ। ਸਿਕਿਉਰਿਟੀ ਨੂੰ ਮਜ਼ਬੂਤ ਕਰਨ ਦੇ ਲਈ ਮੁੜ ਤੋਂ ਇਹ ਵਾਟਰ ਸੋਰਸ ਰਿਚਾਰਜ ਹੋ ਰਹੇ ਨੇ। हमको बचानी है ये जिंदगानी। I'm here today at the Bansilal step well, and you can see water right behind me. There is water that we found in this well. Earlier was a huge garbage dump. Cities were built around traditional water systems to give water to communities. It provided water to communities. It provided a socio-cultural space for people that lived around the wells. Today we've lost this language. If we can restore these step wells and bring back water like these, the groundwater here can improve and the communities around can enjoy this groundwater for a long time and make it sustainable for themselves. We really need to step up, create a lot of awareness and bring communities in for the change, connecting people to water, because urban stories are not really connected with the water stories. While doing well restorations, I realized that these are great collection points for rainwater, and when I saw the success story of 2-3 wells we restored, I started taking it on me to restore the heritage step wells in our city. We have been very dependent on the pipe supply, the tankers, and on bore wells. So I wish to bring back the context. We need to reconnect people to the well. It's not just water and improving groundwater,
but it is also showcasing respect to water. स्वच्छता